ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੇ ਸਰੋਤਿਆਂ ਦਾ ਸਵਾਗਤ ਹੈ। ਗੱਲਬਾਤ ਕਰਾਂਗੇ ਕਿਸਾਨ ਮੋਰਚੇ ਦੇ ਉੱਤੇ ਤੇ ਕੁਝ ਹੋਰ ਖਬਰਾਂ ਦੇ ਉੱਤੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪੀਤ ਸਿੰਘ ਪੱਟੀ। ਸੋ ਆਓ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ शुरुआत करते हैं। पट्टी साहब वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह जी। पट्टी साहब सब तो पहला दिल्ली जो किसान मोर्चा इस वेले चल रहा आ उसकी कोई रूपरेखा जी काफ़ी हद तक बदल गई आ। 26 तरीक तो पहला वाला किते ना किते उत्साह जोड़ा लोगों के नज़र आता सीगा। कुछ बीबियां भी मैं गल्लां करदियां सुनिया कि पहला जोड़ा आ वो काफ़ी वधिया चल रहा सी, हुण थोड़ा जिहा कोई ढिल मठ जी लग रही आ पिछले दिनों के तुसीं की सोचदे जी मौजूदा हालातों बारे? जदों गदर लहर शुरू हुई है जी ते लाला हरदयाल ते करतार सिंह सराभा इकट्ठे सीगे ते करतार सिंह ने जाबे की छाउणियां जिहड़ियां फौजी छाउणियां से जाके कन्विंस किया फौजियों भी तुसीं बगावत करनी है साडे नाल, आपां देश आज़ाद करवाउणा। उन्होंने हामी भर दी। हामी भरन तो बाद जदों वो मूवमेंट शुरू हुई जी तो वो सीक्रेसी एक टाउट ने लीक करती तो उन्होंने फौजी फड़ लिया। सराभा बड़ा निराश होया, नौजवान खून सीगा। जदों निराश होया तो लाला हरदयाल को गया भी अपनी मूवमेंट फेल हो गई, अपना जरा सी अटैम्प्ट फेल हो गया तो बड़ी माड़ी गल हुई है। तो लाला हरदयाल ने थापी दी उन्होंने जी, खुश हो गया ना फिर क्यों है यार आप लड़ना वा ऐतकी नहीं ऐतकी भी अगली अटैम्प्ट करते रहेंगे आप कभी काम नहीं मिलू अपन फिर क्यों है ना, बिल्कुल दिल तो नहीं गल होनी है। इस करके साडे वीरां ने पहली गल तो अजे तक जी साडी नौजवान पीढ़ी आ उन्होंने जी अज की नौजवान पीढ़ी आ उन्हें इहो जिहा मोर्चा अज तक वेख्या ही नहीं। जिन्होंने 84 का मोर्चा वेख्या वो भी कुछ रह गए तो कुछ चले गए, ਜਾਂ ਸਾਡੇ ਅੱਗੇ ਵੇਖਿਆ ਉਹਨੂੰ ਪਤਾ ਵੀ 84 ਚ ਕੀ ਹੋਇਆ ਸੀ, ਧਰਮਯੁੱਧ ਮੋਰਚੇ ਚ ਕੀ ਹੋਇਆ ਸੀ ਜੀ, ਉਹ ਵੀ ਬਹੁਤੇ ਆਗੂ ਨਹੀਂ ਰਹੇ। ਜਿਨ੍ਹਾਂ ਨੇ ਉਹ ਮੋਰਚੇ ਵੇਖੇ ਉਹਨਾਂ ਨੂੰ ਪਤਾ ਵੀ ਕਿਤੇ ਨਾ ਕਿਤੇ ਸਾਨੂੰ ਕਦੀ ਕਾਬਿਲ ਮਿਲ ਗਈ ਕਦੀ ਨਾ ਮਿਲੀ। ਜਿਹੜੀ 26 ਦੀ ਗੱਲ ਸੀ 26 ਦੀ ਗੱਲ ਪਹਿਲਾਂ ਇਹ ਆਪ ਇੰਨੀ ਗੱਲ ਕਹਿੰਦੇ ਰਹੇ ਵੀ ਅਸੀਂ ਜਾ ਕੇ ਉੱਥੇ ਰਾਜਪਥ ਤੇ ਪਰੇਡ ਕਰਨੀ ਹੈ, ਸੰਯੁਕਤ ਮੋਰਚੇ ਦੀ ਸਟੇਜ ਤੋਂ ਕਹਿੰਦੇ ਰਹੇ। ਲੇਕਿਨ ਸਮੇਂ ਦੇ ਨਾਲ ਬਦਲਾਅ ਆਉਂਦਾ ਗਿਆ ਤੇ ਸਾਡੇ ਉਹਨਾਂ ਲੀਡਰਾਂ ਨੇ ਸਮਾਂ ਵੇਖਿਆ ਵੀ ਜੇ ਅਸੀਂ ਦਿੱਲੀ ਦੇ ਐਂਟਰ ਕਰਾਂਗੇ ਤੇ ਉੱਥੇ ਲੜਾਈ ਝਗੜਾ ਹੋ ਸਕਦਾ, ਕੋਈ ਦੰਗਾ ਫਸਾਦ ਹੋ ਸਕਦਾ ਤੇ ਅਸੀਂ ਸ਼ਾਂਤਮਈ ਮੋਰਚਾ ਰੱਖਣਾ ਜੀ। ਇਸ ਕਰਕੇ ਉਹਨਾਂ ਕਹਿਤਾ ਵੀ ਜੋ ਉਹਨਾਂ ਦਾ ਫੈਸਲਾ ਹੋਇਆ ਸੀ ਸਰਕਾਰ ਦੇ ਨਾਲ ਉਹਨਾਂ ਨੇ ਉਸ ਫੈਸਲੇ ਤੋਂ ਕੀਤਾ ਵੀ ਆਪਾਂ ਇਹ ਰੂਪਰੇਖਾ ਤਿਆਰ ਕੀਤੀ ਹੈ ਜੀ। ਲੇਕਿਨ ਨੌਜਵਾਨ ਮੁੰਡੇ ਸੀਗੇ, ਜੋਸ਼ ਜ਼ਿਆਦਾ ਸੀ ਹੋਸ਼ ਘੱਟ ਸੀ ਜੀ। ਉਹਨਾਂ ਨੂੰ ਕਹਿ ਦਿੱਤਾ ਗਿਆ ਜਿਹੜੀ 25 ਤਰੀਕ ਨੂੰ ਉੱਥੇ ਗੁੰਡਾਗਰਦੀ ਕੀਤੀ ਗਈ ਹੈ ਜੋ ਉੱਥੇ ਸਟੇਜ ਤੇ ਸੰਯੁਕਤ ਮੋਰਚੇ ਦੀ ਹੋਇਆ ਹੋਣਾ ਨਹੀਂ ਸੀ ਚਾਹੀਦਾ। ਸ਼ਰਾਬ ਪੀ ਕੇ ਕੁਝ ਬੰਦੇ ਚੜੇ ਧੱਕੇ ਧੁੱਕੇ ਮਾਰੇ। ਉਤੋਂ ਇਹ ਗੱਲ ਕਿ ਇੱਕ ਮੁੰਡਾ ਉੱਥੇ ਸੁਣਿਆ ਗਿਆ ਵੀ ਸਾਲਾ ਲੱਗਦਾ ਮੇਰਾ ਜਿਹੜਾ ਕਹਿੰਦਾ ਇੰਨੀ ਗੱਲ ਵੀ ਟਰੈਕਟਰ ਤੇ ਇੰਨੇ ਬੰਦੇ ਬੈਠਣਗੇ, ਕੌਣ ਹੁੰਦਾ ਮੈਂ ਟਰੈਕਟਰ 'ਚ ਮਰਜੀ ਭਾਵਾਂ ਤੂੰ। ਇਹ ਗੱਲਾਂ ਸਾਬਤ ਕਰਦੀਆਂ ਸੀ ਵੀ ਇਹਦੇ ਪਿੱਛੇ ਕੋਈ ਹੋਰ ਸ਼ਕਤੀ ਬੋਲਦੀ ਆ। ਅਗਲੇ ਦਿਨ ਜਦੋਂ ਇਹਨਾਂ ਸੰਯੁਕਤ ਮੋਰਚੇ ਵਾਲਿਆਂ ਕਿਹਾ ਵੀ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਸਟੇਜ ਲਾਵਾਂਗੇ ਤੇ 10 ਵਜੇ ਤੋਂ ਬਾਅਦ ਤੁਰਾਂਗੇ ਅਸੀਂ ਆਪਣੇ ਟਰੈਕਟਰ ਲੈ ਕੇ ਜੀ। ਲੇਕਿਨ ਜਿਹੜੇ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇੱਕ ਮਾਨਯੋਗ ਸਾਡੇ ਮੈਂ ਉਹਨਾਂ ਦਾ ਕੀ ਨਾਮ ਉਹਨਾਂ ਦਾ ਸਰਵਣ ਸਿੰਘ ਪੰਧੇਰ, ਉਹ ਬੜੇ ਸਿਆਣੇ ਬੰਦੇ ਨੇ, ਬੜੇ ਸੁਲਝੇ ਹੋਏ ਬੰਦੇ ਨੇ। ਉਹਨਾਂ ਨੇ ਕਾਲ ਦਿੱਤੀ ਵੀ ਨਹੀਂ ਅਸੀਂ 8 ਵਜੇ ਨਿਕਲਾਂਗੇ। ਜੋ ਸੀ ਨੌਜਵਾਨਾਂ 'ਚ ਉਹ ਲੈ ਕੇ ਤੁਰ ਪਏ, ਉਹ ਦਿੱਲੀ ਦੇ ਅੰਦਰ ਚਲੇ ਗਏ। ਉਹ ਜੋ ਕੁਝ ਸਾਰਾ ਵੇਖਿਆ ਪਰ ਬਹੁਤਾ ਨਾ ਉਹਨੂੰ ਡਿਸਕ੍ਰਾਈਬ ਕਰੀਏ, ਸਾਰੀ ਦੁਨੀਆ ਨੇ ਵੇਖਿਆ ਬਿਲਕੁਲ। ਭਾਵੇਂ ਉਹਦੇ ਵਿੱਚ ਸਾਨੂੰ ਜਿਹੜਾ ਨੁਕਸਾਨ ਹੋਇਆ ਜੋ ਮਰਜ਼ੀ ਹੋਇਆ, ਲੇਕਿਨ ਮੈਂ ਕਹੂੰਗਾ ਨੌਜਵਾਨਾਂ ਨੂੰ ਇਹਦੇ ਉੱਤੇ ਜਿਹੜਾ ਫੈਡਅਪ ਨਹੀਂ ਹੋਣਾ ਚਾਹੀਦਾ। ਜਦੋਂ ਇਹੋ ਜਿਹੇ ਮੋਰਚੇ ਲੱਗਦੇ ਕਈ ਵਾਰੀ ਅਟੈਂਪਟ ਤੁਹਾਡੇ ਜਿਹੜੇ ਉਹ ਖਾਲੀ ਵੀ ਚਲੇ ਜਾਂਦੇ। ਜਿੱਦਣ 26 ਤਰੀਕ ਨੂੰ ਤੁਸੀਂ ਐਂਟਰ ਕਰਨਾ ਸੀ ਹਰਿਆਣੇ ਦੇ ਵਿੱਚ, ਰਸਤੇ ਵਿੱਚ ਰੋਕਾਂ ਲੱਗੀਆਂ ਸੀਗੀਆਂ। ਸਾਡੀ ਜਥੇਬੰਦੀਆਂ ਦੇ ਆਗੂ ਤੇ ਜਥੇਬੰਦੀਆਂ ਦੇ ਵਰਕਰ ਜਿਹੜੇ ਸੀ ਉਹ ਪਿੱਛੇ ਬੈਠ ਗਏ ਸੀ ਵੀ ਜਿੱਥੇ ਰੁਕਣਗੇ ਬੈਠ ਜਾਣਗੇ, ਤਾਂ ਪੰਜਾਬ 'ਚ ਬਹਿ ਗਏ। ਪੱਟੀ ਸਾਹਿਬ ਕਿਤੇ ਨਾ ਕਿਤੇ ਜਿਹੜਾ 6 ਤਰੀਕ ਦਾ ਪ੍ਰੋਗਰਾਮ ਹੁਣ ਦਿੱਤਾ ਗਿਆ ਹੈ ਕਿਸਾਨਾਂ ਦੇ ਵੱਲੋਂ, ਉਹ ਇੱਕ ਨਵੀਂ ਰੂਪਰੇਖਾ ਤੈਅ ਕਰ ਸਕਦਾ ਆ। ਉਹਨੂੰ ਕਿਵੇਂ ਦਾ ਹੰਗਾਰਾ ਮਿਲਦਾ? ਕਿਉਂਕਿ 26 ਤੱਕ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਸਾਰਾ ਕੁਝ ਚੱਲਿਆ। ਹੁਣ 26 ਤੋਂ ਬਾਅਦ ਦੇ ਵਿੱਚ ਜਿਹੜਾ ਇਹ 6 ਤਰੀਕ ਦਾ ਚੱਕਾ ਜਾਮ ਹੋਣਾ ਆ, ਉਹਦੇ ਵਿੱਚ ਆਮ ਲੋਕ ਕਿਵੇਂ ਦਾ ਸਾਥ ਦਿੰਦੇ ਆ, ਜਾਂ ਜਿਵੇਂ ਇਕੱਲੇ ਕਿਸਾਨ ਨਹੀਂ, ਕਿਸਾਨਾਂ ਤੋਂ ਇਲਾਵਾ ਬਹੁਤ ਸਾਰੇ ਹੋਰ ਵਰਗ ਵੀ ਜਿਹੜੇ ਆ
ਉਹ ਇਸ ਤਰੀਕੇ ਦੀ ਜਿਹੜਾ ਸਾਥ ਦੇਣ ਵਾਸਤੇ ਪਹੁੰਚੇ ਸੀਗੇ ਕਿ ਜਿੰਨਾ ਚਿਰ ਤੱਕ ਕਿਸਾਨ ਬੈਠੇ ਅਸੀਂ ਇਹਨਾਂ ਦੇ ਨਾਲ ਆ। ਪਰ ਇੱਕ ਚੀਜ਼ ਜਿਹੜੀ ਹੁਣ ਕ੍ਰੀਏਟ ਕੀਤੀ ਗਈ ਕਿ ਤਿਰੰਗੇ ਦਾ ਅਪਮਾਨ ਹੋਇਆ ਜਾਂ ਜੋ ਕੁਝ ਹੋਇਆ, ਉਹ ਚੀਜ਼ ਜਿਹੜੀ ਆ ਉਹ ਕਿਹਦੇ ਪੱਖ 'ਚ ਜਾਂਦੀ ਆ, ਸਰਕਾਰ ਦੇ 'ਚ ਜਾਂਦੀ ਆ ਜਾਂ ਫਿਰ ਜੇ ਲੋਕ ਸਮਝਦੇ ਆ ਕਿ ਨਹੀਂ ਵਾਕਿਆ ਹੀ ਕੁਛ ਨਹੀਂ ਹੋਇਆ ਉੱਥੇ, ਇਸ ਤਰ੍ਹਾਂ ਦਾ ਕੁਛ ਨਹੀਂ ਹੋਇਆ, ਤਾਂ ਉਹ ਜ਼ਰੂਰ 6 ਤਰੀਕ ਨੂੰ ਇੱਕ ਚੀਜ਼ ਜਿਹੜੀ ਹੋਰ ਤੈਅ ਹੋਏਗੀ ਕਿ ਗਾਂ ਇਹ ਅੰਦੋਲਨ ਜਿਹੜਾ ਆ ਉਹ ਕਿਵੇਂ ਚੱਲੇਗਾ। ਜਿਹੜੀ ਤੁਸੀਂ ਅੰਦੋਲਨ ਦੀ ਗੱਲ ਕੀਤੀ, ਪਹਿਲਾਂ ਇਹ ਜਿਹੜਾ ਕੇਂਦਰ ਬਿੰਦੂ ਸੀ ਸਿੰਧੂ ਬਾਰਡਰ ਸੀ ਜੀ, ਅੱਜ ਇਹ ਗਾਜ਼ੀਆਬਾਦ ਦੇ ਬਾਰਡਰ ਪੁੱਜ ਚੁੱਕਾ ਵਾ ਜੀ, ਕਿਉਂਕਿ 28 ਤਰੀਕ ਨੂੰ ਜਦੋਂ ਇਹਨਾਂ ਦਾ ਇੱਕ ਸਮਝੌਤਾ ਹੋ ਗਿਆ, ਜਦੋਂ ਇਹਨਾਂ ਨੇ ਉਹਨਾਂ ਦੇ ਟੈਂਟ ਪੁੱਟ ਦਿੱਤੇ, ਜਦੋਂ ਉਹਨਾਂ ਨੇ ਜਿਹੜੇ ਸੀ ਉਹ ਬਹੁਤ ਸਾਰੇ ਲੋਕ ਵਾਪਸ ਚਲੇ ਗਏ 26 ਦੇ ਜਿਹੜੇ ਅਟੈਂਪਟ ਤੋਂ ਜਿਹੜਾ ਫੇਲ ਹੋਇਆ ਸੀ ਉਹਨੂੰ ਲੈ ਕੇ। ਈਵਨ ਇਸ ਕੋਲੇ ਜਿਹੜੇ ਰਾਕੇਸ਼ ਟਕੈਤ ਉਹਨਾਂ ਦਾ ਵੀ ਸਮਝੌਤਾ ਹੋ ਚੁੱਕਾ ਸੀ ਸਰਕਾਰ ਦੇ ਨਾਲ ਵੀ ਤੁਹਾਨੂੰ ਅਰੈਸਟ ਕਰ ਲਾਂਗੇ ਤੇ ਬਾਕੀਆਂ ਨੂੰ ਘਰ ਨੂੰ ਤੋਰ ਦਿਆਂਗੇ। ਉਸ ਟਾਈਮ ਤੇ ਰਾਕੇਸ਼ ਟਕੈਤ ਦੇ ਕੰਨ ਦੇ ਵਿੱਚ ਕਿਸੇ ਨੇ ਨਹੀਂ ਗੱਲ ਕਹੀ। ਰਾਕੇਸ਼ ਟਕੈਤ ਦੇ ਕੰਨ ਦੇ ਵਿੱਚ ਆ ਕੇ ਕਿਸੇ ਪੁਲਿਸ ਅਫਸਰ ਨੇ ਇੰਨੀ ਗੱਲ ਕਹੀ ਵੀ ਭਾਈ ਵੇਖੋ ਇੱਥੇ ਇਹ ਗੱਲ ਨਹੀਂ ਜੇ ਬਾਣੀ, ਤੁਸੀਂ ਇੱਥੋਂ ਚਲੇ ਗਏ, ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਵਾ ਇੱਥੇ ਘੱਟੋ ਘੱਟ ਜਿਹੜਾ ਇੱਥੇ ਤੁਹਾਡੇ ਬੰਦਿਆਂ ਦੀ ਮੰਦੀ ਹਾਲਤ ਹੋਣੀ ਜੇ, ਤੁਹਾਡੇ ਬੰਦਿਆਂ ਦੀ ਬੜੀ ਮੰਦੀ ਹਾਲਤ ਹੋਣੀ ਜੇ। ਇਸ ਕਰਕੇ ਤੁਸੀਂ ਇਹ ਕੰਮ ਨਾ ਕਰਿਓ ਜੀ। ਰਾਕੇਸ਼ ਟਕੈਤ ਦਾ ਜਿਹੜਾ ਸਰਕਾਰ ਨਾਲ ਸਮਝੌਤਾ ਹੋਇਆ ਸੀ ਫਿਰ ਉਹਨੂੰ ਤੋੜਨਾ ਪਿਆ ਤਾਂ ਉਹਨੇ ਕਿਹਾ ਨਾ ਮੈਂ ਗ੍ਰਿਫਤਾਰੀ ਦੇਵਾਂਗਾ ਤੇ ਨਾ ਮੈਂ ਉੱਥੋਂ ਉੱਠੂੰਗਾ ਜਿੰਨਾ ਚਿਰ ਇਹ ਕਾਲੀ ਕਾਨੂੰਨ ਵਾਪਸ ਨਹੀਂ ਲੈ ਜਾਂਦੇ, ਮੈਨੂੰ ਇਹਨਾਂ ਉਦਾਂ ਨੇ ਮੈਨੂੰ ਗੋਲੀ ਮਾਰਨੀ ਮਾਰ ਦੇ, ਜੋ ਕਰਨਾ ਕਰ ਲਓ, ਮੈਂ ਨਹੀਂ ਜਾਊਂਗਾ, ਮੈਂ ਬੈਠਾ। ਈਵਨ ਇੱਥੋਂ ਕਿ ਸਾਡਾ ਪਾਣੀ ਚੁੱਕ ਕੇ ਲੱਗੇ, ਮੈਂ ਪਾਣੀ ਵੀ ਨਹੀਂ ਪੀਊਂਗਾ ਇੱਥੋਂ ਜੀ, ਪਾਣੀ ਵੀ ਮੇਰੇ ਪਿੰਡੋਂ ਆਏਗਾ। ਤੇ ਜਿਹੜੀ ਉਹ ਅਥਰੂ ਵਗੇ ਸੀ, 2 ਅਥਰੂ ਵਗਾਏ ਜਿਹੜੇ ਉਹਨਾਂ ਟਕੈਤ ਸਾਹਿਬ ਨੇ, ਉਹ ਜਦੋਂ ਵਾਇਰਲ ਹੋਏ ਤੇ ਉਹ ਅਥਰੂ ਜਿਹੜੇ ਸੀ ਫਿਰ ਸਮੁੰਦਰ ਬਣ ਗਏ। ਸੱਤਾ ਦਾ ਕੇਂਦਰ ਜਿਹੜਾ ਅੱਜ ਗਾਜ਼ੀਆਬਾਦ ਬਣ ਚੁੱਕਾ ਵਾ। ਰਾਕੇਸ਼ ਟਕੈਤ ਦੇ ਹੰਝੂ ਜਿਹੜੇ ਸੀ ਉਹ ਇੱਕ ਸਮੁੰਦਰ ਦਾ ਰੂਪ ਧਾਰਨ ਕਰਕੇ ਜੀ ਰਾਤੋਂ ਰਾਤ ਹੀ ਉਹਨਾਂ ਦੇ ਘਰ ਦੇ ਬਾਅਦ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਲੋਕ ਇਕੱਠੇ ਹੋ ਗਏ, ਕਿਸਾਨ ਇਕੱਠੇ ਹੋ ਗਏ। 11 ਵਜੇ ਤੋਂ ਲੈ ਕੇ 3 ਵਜੇ ਤੱਕ ਉੱਥੇ ਜਿਹੜੀ ਅਸੀਂ ਟਰੈਕਟਰ ਨੇ ਲੈਣਾ ਲੱਗ ਗਈ। ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੁੜ ਕੇ ਪੁਲਿਸ ਤੋਂ ਭੱਜ ਗਈ ਤੇ ਫਿਰ ਕਿਸਾਨਾਂ ਦੇ ਉੱਥੇ ਮੋਰਚਾ ਮੱਲਾ, ਜਿੱਥੇ 1500 2000 ਬੰਦਾ ਬੈਠਾ ਸੀ ਤੇ 50000 ਬੰਦਾ ਆ ਕੇ ਬੈਠ ਗਿਆ। ਉਦੋਂ ਬਾਅਦ ਖਾਪ ਪੰਚਾਇਤਾਂ ਨੇ ਫੈਸਲੇ ਸ਼ੁਰੂ ਕਰ ਦਿੱਤੇ ਰਾਕੇਸ਼ ਟਕੈਤ ਦੇ ਹੱਕ ਦੇ ਵਿੱਚ ਵੀ ਰਾਕੇਸ਼ ਟਕੈਤ ਜੋ ਕੀਤਾ ਸੀ ਉਹਨਾਂ ਸਹਿਮਤ ਹੋਣਾ। ਤੇ ਅੱਜ ਉੱਥੇ 50000 ਬੰਦਾ ਬੈਠਾ ਤੇ ਅੱਜ ਮੀਡੀਆ ਜਿਹੜਾ ਵਾ ਸਿੰਘੂ ਬਾਰਡਰ ਦੀ ਬਜਾਏ ਉਹ ਅੱਜ ਗਾਜ਼ੀਆਬਾਦ ਬਾਰਡਰ ਤੇ ਜਾ ਰਿਹਾ। ਜੀ ਤੋਂ ਇੰਜ ਮਹਿਸੂਸ ਹੁੰਦਾ ਵੀ ਰਾਕੇਸ਼ ਟਕੈਤ ਨੇ ਅੱਗੇ 2 ਇਲੈਕਸ਼ਨਾਂ ਲੜੀਆਂ ਨੇ ਜਿਹੜੀਆਂ ਹਾਰੀਆਂ ਨੇ, ਐਤਕੀ ਉਹ ਉਮੀਦਵਾਰ ਕਿਸੇ ਵੱਡੇ ਅਹੁਦੇ ਦਾ ਹੋ ਸਕਦਾ। ਭੱਟੀ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਗਾਜ਼ੀਆਬਾਦ ਬਾਰਡਰ ਜਿਹੜਾ ਆ ਉੱਥੇ ਮੀਡੀਆ ਵੀ ਜਾ ਰਿਹਾ ਤੇ ਉਹ ਸੱਤਾ ਦਾ ਕੇਂਦਰ ਵੀ ਬਣਿਆ ਹੋਇਆ ਆ। ਸੋ ਜੇ ਗੱਲ ਕਰੀਏ ਕਿਤੇ ਨਾ ਕਿਤੇ ਯੂਪੀ ਦੀ ਗੱਲ ਕਰੀਏ, ਬਿਹਾਰ ਦੀ ਗੱਲ ਕਰੀਏ, ਵੱਡਾ ਸਮਰਥਨ ਜਿਹੜਾ ਆ ਉਹ ਰਾਕੇਸ਼ ਟਕੈਤ ਨੂੰ ਮਿਲਿਆ ਆ। ਸੋ ਉਤੋਂ ਇਹ ਨਜ਼ਰ ਆਉਂਦਾ ਕਿਤੇ ਨਾ ਕਿਤੇ ਕਿ ਜਿਵੇਂ ਤੁਸੀਂ ਕਿਹਾ ਕਿ ਸਿਆਸਤ ਦੇ ਵਿੱਚ ਪਹਿਲਾਂ ਵੀ ਹੱਥ ਅਜਮਾ ਚੁੱਕੇ ਆ 2 ਵਾਰੀ, ਚਾਹੇ ਕਿ ਦੋਵੇਂ ਇਲੈਕਸ਼ਨਾਂ ਉਹ ਹਾਰ ਗਏ ਸੀਗੇ। ਪੁਲਿਸ ਦੀ ਨੌਕਰੀ ਵੀ ਉਹਨਾਂ ਨੇ ਕੀਤੀ ਆ, ਸਬ ਇੰਸਪੈਕਟਰ ਤੋਂ ਉਹਨਾਂ ਨੇ ਅਸਤੀਫਾ ਦੇ ਕੇ ਤੇ ਫਿਰ ਆਪਣੇ ਪਿਤਾ ਜੀ ਦੇ ਨਾਲ ਜਿਹੜਾ ਆ ਉਹ ਕਿਸਾਨ ਆਗੂ ਸੀਗੇ, ਉਹਨਾਂ ਦੇ ਪਿਤਾ ਜੀ ਤੋਂ ਉਹਨਾਂ ਦੇ ਨਾਲ ਜੁਆਇਨ ਕਰ ਲਿਆ ਸੀਗਾ। ਹੁਣ ਕਿਤੇ ਨਾ ਕਿਤੇ ਇਹ ਚੀਜ਼ ਵੀ ਇੱਕ ਨਿਕਲ ਕੇ ਆ ਰਹੀ ਹੈ ਕਿ ਰਾਕੇਸ਼ ਟਕੈਤ ਜਿਹੜੇ ਆ ਉਹ ਆਉਣ ਵਾਲੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਆ, ਕਿਉਂਕਿ ਯੂਪੀ ਬਿਹਾਰ ਮੰਨਿਆ ਜਾਂਦਾ ਆ ਕਿ ਕੇਂਦਰ ਦੀ ਜਿਹੜੀ ਸੱਤਾ ਆ ਉਹ ਇੱਥੋਂ ਸ਼ੁਰੂ ਹੁੰਦੀ ਆ, ਕਿਉਂਕਿ ਵੱਡੇ ਦੋਵੇਂ ਸੂਬੇ ਆ ਤੇ ਉੱਥੋਂ ਸੀਟਾਂ ਵੀ ਜਿਹੜੀਆਂ ਆ ਉਹ ਚੰਗੀਆਂ ਨਿਕਲਦੀਆਂ ਨੇ। ਤੁਹਾਡਾ ਕੀ ਮੰਨਣਾ ਇਹਦੇ 'ਚ? ਯੂਪੀ ਤੇ ਹਰਿਆਣਾ ਦਾ ਬਾਰਡਰ ਲਾਗੋ ਲੱਗੀ ਲੜਦਾ ਜੀ। ਹਰਿਆਣੇ ਦੇ ਵਿੱਚੋਂ ਦੇਵੀ ਲਾਲ ਕਿਸਾਨ ਆਗੂ ਤੋਂ ਪੋਲੀਟੀਕਲ ਬੰਦਾ ਨਿਕਲਿਆ, ਯੂਪੀ ਦੇ ਵਿੱਚ ਚਰਨ ਸਿੰਘ ਨਿਕਲੇ, ਹੋਰ ਵੀ ਬੜੇ ਆਗੂ ਯੂਪੀ ਚੋਂ ਨਿਕਲੇ ਨੇ ਜੀ। ਅੱਜ ਯੂਪੀ ਨੇ ਫੈਸਲਾ ਕਰਨਾ ਹੁੰਦਾ ਵੀ ਅਗਲਾ ਪ੍ਰਧਾਨ ਮੰਤਰੀ ਕਿਹੜਾ ਹੋਊਗਾ, ਕਿਉਂਕਿ ਉੱਥੇ 80 ਸੀਟਾਂ ਹੈਗੀਆਂ ਜਿਹੜੀਆਂ ਸਾਡੀਆਂ 543 ਦੇ ਵਿੱਚੋਂ ਜੀ। ਤੇ 80 ਦੇ ਵਿੱਚੋਂ ਇਸ ਵੇਲੇ ਜਿਹੜੀਆਂ ਖਾਪ ਪੰਚਾਇਤਾਂ ਨੇ ਫੈਸਲੇ ਕੀਤੇ ਵੈਸਟ ਯੂਪੀ ਦੇ ਵਿੱਚੋਂ ਉੱਥੇ 29 ਸੀਟਾਂ ਹੈਗੀਆਂ ਨੇ ਇੰਨੀਆਂ ਸੰਸਦ ਦੀਆਂ, ਪਾਰਲੀਮੈਂਟ ਦੇ ਮੈਂਬਰ ਦੀਆਂ ਜੀ। ਤੇ ਜੇ ਅਸੀਂ ਗੱਲ ਕਰ ਲਈਏ 150 ਦੇ ਕਰੀਬ ਸੀਟ ਹੈਗੀ ਹੈ ਤੁਹਾਡੀ ਉੱਥੇ ਵਿਧਾਨ ਸਭਾ ਦੀ ਜੀ। ਇਸ ਵੇਲੇ ਕੇਂਦਰ ਸਰਕਾਰ ਸਖਤੇ ਦੇ ਵਿੱਚ ਆ ਵੀ ਅਸੀਂ ਕਰਨਾ ਹੁਣ ਕੀ ਹੈ।
ਖਾਪ ਪੰਚਾਇਤਾਂ ਨੇ 240 ਖਾਪ ਪੰਚਾਇਤਾਂ ਨੇ ਪੂਰਾ ਇੱਕ ਫੈਸਲਾ ਕਰ ਲਿਆ ਵੀ ਐਤਕੀ ਅਸੀਂ ਡਾਇਰੈਕਸ਼ਨ ਜੋ ਸਾਨੂੰ ਟਿਕਾਇਤ ਦੇਊਗਾ ਅਸੀਂ ਲਵਾਂਗੇ। ਜਿਹੜੀ ਕੱਲ ਖਾਪ ਪੰਚਾਇਤ ਹੋ ਰਹੀ ਜਾਂ ਅੱਜ ਹੋ ਰਹੀ, ਉੱਥੇ ਵਿਸ਼ੇਸ਼ ਤੌਰ ਤੇ ਟਿਕਾਇਤ ਨੂੰ ਬੁਲਾਇਆ ਗਿਆ ਵੀ ਤੂੰ ਇੱਥੇ ਆ, ਤੇ ਉੱਥੇ ਲੱਖਾਂ ਦੀ ਗਿਣਤੀ ਲੋਕ ਇਕੱਠੇ ਹੋਣ, ਲੱਖਾਂ ਦੀ ਗਿਣਤੀ। ਇਸ ਕਰਕੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤੁਸੀਂ ਸਿੱਧਾ ਪ੍ਰਧਾਨ ਮੰਤਰੀ ਕਹਿਤਾ, ਮੈਂ ਕਿਹਾ ਸੀ ਕੋਈ ਵੱਡੇ ਅਹੁਦੇ ਦਾ ਉਮੀਦਵਾਰ ਨਿਕਲ ਸਕਦਾ, ਮੈਂ ਇਹ ਗੱਲ ਕਹੀ ਸੀ ਤੁਹਾਨੂੰ ਜੀ। ਤੁਹਾਨੂੰ ਪਤਾ ਹੋਏਗਾ ਵੀ ਜਦੋਂ ਟਕੈਤ ਦੇ ਹੰਝੂ ਵਗੇ ਸੀ, ਸਭ ਤੋਂ ਪਹਿਲਾਂ ਬੰਦਾ ਕਿਹੜਾ ਆਇਆ ਸੀ ਉਹਦੇ ਕੋਲੋਂ? ਰਾਸ਼ਟਰੀ ਲੋਕ ਦਲ ਦਾ ਪ੍ਰਧਾਨ ਅਜੀਤ ਸਿੰਘ ਜੀ, ਚੌਧਰੀ ਚਰਨ ਸਿੰਘ ਦਾ ਬੇਟਾ। ਉਹਨੇ ਆ ਕੇ ਜੱਫੀ ਪਾ ਕੇ ਉਹਨੂੰ ਜਿਹੜਾ ਸੀ ਉਹਦੀ ਆਖਿਆ ਸੀ ਵੀ ਘਬਰਾ ਨਾ, ਆਪਾਂ ਤੇਰੇ ਨਾਲ ਖੜੇ, ਡਟ ਕੇ ਖੜੇ ਆਪਾਂ। ਤੇ ਹਾਲੀ ਕਿ ਉਹਨੂੰ ਹਰਾਉਣ ਦੇ ਵਿੱਚ ਟਕੈਤ ਦਾ ਬਹੁਤ ਵੱਡਾ ਰੋਲ ਸੀਗਾ। ਉੱਥੇ ਲੋਕਾਂ ਨੇ ਫਿਰ ਸਟੇਜ ਤੋਂ ਕਿਹਾ ਵੀ ਅਸੀਂ ਇੱਕ ਬਲੰਡਰ ਗਲਤੀ ਕੀਤੀ ਸੀ ਬੀਜੇਪੀ ਨੂੰ ਜਾ ਕੇ, ਤੇ ਗਾਂ ਅਸੀਂ ਬੀਜੇਪੀ ਤੋਂ ਬੋਰੀਆ ਬਿਸਤਰਾ ਕੋਲ ਬਿਲਕੁਲ। ਰਾਕੇਸ਼ ਟਕੈਤ ਨੇ ਵੀ ਕਿਹਾ ਕਿ ਮੈਂ ਵੀ ਵੋਟ ਬੀਜੇਪੀ ਨੂੰ ਹੀ ਪਾਈ ਸੀ 2019 ਦੇ ਵਿੱਚ, ਔਰ ਉਹਨੇ ਇੱਥੋਂ ਤੱਕ ਕਿਹਾ ਵੀ ਮੈਂ ਆਪਣੇ ਪਰਿਵਾਰ ਤੋਂ ਜਿਹੜਾ ਬਾਗੀ ਹੋ ਕੇ ਮਦਦ ਕੀਤੀ ਸੀ ਇਹਨਾਂ ਦੀ, ਤੋਂ ਪੱਕਾ ਬੀਜੇਪੀ ਦਾ ਵਰਕਰ ਸੀ। ਲੇਕਿਨ ਬੀਜੇਪੀ ਤੋਂ ਹੁਣ ਫੈਡ ਹੋ ਚੁੱਕਾ ਵਾ। ਇਸ ਕਰਕੇ ਵੈਸਟ ਯੂਪੀ ਦੇ ਪ੍ਰਭਾਵ ਇਹਨਾਂ ਦਾ ਕਾਫੀ ਹੈ ਜੀ। ਜੇ ਇਹਨਾਂ ਦੇ ਪਰਿਵਾਰ ਦੀ ਗੱਲ ਕਰ ਲਈਏ ਤੇ ਅੱਜ ਵੀ ਇਹਨਾਂ ਦੇ ਘਰ ਦੇ ਵਿੱਚ ਥੱਲੇ ਇੱਕ ਹਾਲ ਬਣਿਆ ਜਿਹਦੇ ਵਿੱਚ 100 ਬੈੱਡ ਲੱਗੇ ਆ। ਕਿਸਾਨ ਉੱਥੇ ਆਉਂਦੇ, ਉੱਥੇ ਮੀਟਿੰਗਾਂ ਵੀ ਹੁੰਦੀਆਂ। ਆਮ ਕਿਸਾਨ ਨੂੰ ਵੀ ਚਲੇ ਜੇ ਉਹਨੂੰ ਰਹਿਣ ਵਾਸਤੇ ਤੇ ਪ੍ਰਸ਼ਾਦਾ ਪਾਣੀ ਸਭ ਕੁਝ ਮਿਲਦਾ ਜੀ। ਹੁੱਕਾ ਵੀ ਨਾਲ ਭੱਖਿਆ ਹੁੰਦਾ ਪੀਣ ਵਾਸਤੇ। ਉੱਥੇ ਜਿਹੜੇ ਮਹਿੰਦਰ ਸਿੰਘ ਟਕੈਤ ਇਹਨਾਂ ਦੇ ਫਾਦਰ ਨੇ, ਉਹਨਾਂ ਦਾ ਇੱਕ ਕਮਰਾ ਬਣਿਆ ਬਕਾਇਦਾ ਤੌਰ ਤੇ, ਜਿਹਦੇ ਵਿੱਚ ਇੱਕ ਬੈੱਡ ਲਾਇਆ ਗਿਆ, ਜਿੱਤੇ ਰੋਜ਼ ਬੈੱਡ ਤੋਂ ਚਾਦਰ ਬਦਲੀ ਜਾਂਦੀ, ਸਭ ਕੁਝ ਬਦਲਿਆ ਜਾਂਦਾ। ਉੱਥੇ ਇੱਕ ਅਖੰਡ ਜੋਤੀ ਬਾਲੀ ਗਈ ਆ ਜੀ, ਜਿਹੜੀ ਸਮਰਪਿਤ ਆ ਮਹਿੰਦਰ ਸਿੰਘ ਟਕੈਤ ਨੂੰ ਜੀ। ਉਹਦੇ ਵਿੱਚ ਜਿਹੜਾ ਘਿਓ ਪਾਇਆ ਜਾਂਦਾ, ਉਹ ਵੱਖ-ਵੱਖ ਕਿਸਾਨ ਲੈ ਕੇ ਆਉਂਦੇ ਘਿਓ, ਦੇਸੀ ਘਿਓ ਪਾ ਕੇ, ਤੇ ਉਹ ਜੋਤੀ 24 ਘੰਟੇ ਜਗਦੀ ਰਹਿੰਦੀ ਹੈ, ਅਖੰਡ ਜੋਤੀ ਹੈ। ਜਿਹੜਾ ਵੀ ਆਉਂਦਾ ਵਾ ਸਾਡੇ ਉੱਥੇ ਕਿਸਾਨ ਆਉਂਦਾ, ਪਹਿਲਾਂ ਉੱਥੇ ਮੱਥਾ ਟੇਕ ਕੇ ਫਿਰ ਆਪਣੀ ਮੀਟਿੰਗ ਜਾ ਕੇ ਬਹਿੰਦਾ। ਤੇ ਜਿਨ੍ਹਾਂ ਕੋਲ ਇੰਨਾ ਪ੍ਰਬੰਧ ਹੈ ਤੇ ਫਿਰ ਉਹਨਾਂ 'ਚ ਕੋਈ ਆਕੜ ਨਹੀਂ, ਕੋਈ ਫਾਕੜ ਨਹੀਂ, ਲੋਕ ਸੇਵਾ ਕਰਦੇ, ਤੇ ਫਿਰ ਆਟੋਮੈਟਿਕਲੀ ਤੁਹਾਨੂੰ ਪਤਾ ਫਿਰ ਉਹਨੂੰ ਮਿਲੇਗਾ, ਮੈਂ ਤਾਂ ਮਿਲੇਗੀ ਉਹਨਾਂ ਨੂੰ ਜੀ। ਲੇਕਿਨ ਦੋ ਅਥਰੂ ਜਿਹੜੇ ਪਹਿਲਾਂ ਟਕੈਤ ਸਾਹਿਬ ਜਿਹੜੇ ਕਹਿੰਦੇ ਸੀ ਸਾਡਾ ਜਿਹੜਾ ਹੈੱਡਕੁਆਟਰ ਆ ਉਹ ਸ਼ਿਬੂ ਬਾਰਡਰ ਆ, ਅੱਜ ਜਿਹੜਾ ਗਾਜ਼ੀਆਬਾਦ ਤੋਂ ਡੇਲੀ ਜਿਹੜੀ ਖਬਰ ਛਪ ਰਹੀ ਹੈ ਟਕੈਤ ਸਾਹਿਬ ਦੀ, ਟਕੈਤ ਕਿਸ ਨੂੰ ਕਹਿੰਦਾ ਨਹੀਂ, ਆਪ ਵੀ ਨਹੀਂ ਉੱਥੇ ਜਾ ਰਿਹਾ ਵੀ ਹੁਣ ਸੱਤਾ ਦਾ ਕੇਂਦਰ ਬਣ ਚੁੱਕਾ ਵਾ। ਗਿਣਤੀ ਵੀ ਉੱਥੇ ਕਾਫੀ ਆ, ਭਾਵੇਂ ਸਿੰਘੂ ਦੀ ਗਿਣਤੀ ਜ਼ਿਆਦੀ ਆ, ਲੇਕਿਨ ਉਹ ਇੱਕ ਬੰਦੇ ਥੱਲੇ ਕੰਟਰੋਲ ਹੈਗਾ, ਉਹ ਕੰਮ ਚੱਲ ਰਿਹਾ। ਇਸੇ ਕਰਕੇ ਉਹ ਕਿਸੇ ਵੱਡੇ ਅਹੁਦੇ ਦਾ ਉਮੀਦਵਾਰ ਹੋ ਸਕਦਾ। ਤੇ ਜੇ ਲੋਕਾਂ ਦਾ ਚੰਗਾ ਕੀਤਾ ਤੇ ਇਹ ਪਹਿਲਾ ਕਿਸਾਨ ਆਗੂ ਹੋਊਗਾ ਚਰਨ ਸਿੰਘ ਤੋਂ ਬਾਅਦ ਜਿਹੜਾ ਕੋਈ ਸਾਡੇ ਇੱਕ ਵੱਡੇ ਅਹੁਦੇ ਤੇ ਬਿਰਾਜਮਾਨ ਹੋਏਗਾ ਜੀ। ਭੱਟੀ ਸਾਹਿਬ, ਜਿਹੜੀ ਕੰਡੀਲਾ ਦੇ ਵਿੱਚ ਮਹਾਂ ਪੰਚਾਇਤ ਹੋ ਰਹੀ, ਉਹਦੇ ਵਿੱਚ ਵੀ ਟਕੈਤ ਜਿਹੜੇ ਆ ਉਹ ਉੱਥੇ ਪਹੁੰਚਣਗੇ ਟਕੈਤ ਸਾਹਿਬ, ਤੇ ਉਹ ਜਾ ਕੇ ਉਹਦੇ ਵਿੱਚ ਵੀ ਹਿੱਸਾ ਲੈਣਗੇ। ਉਹਦੇ ਬਾਰੇ 'ਚ ਵੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ। ਕੰਡੀਲਾ ਵਾਲੀ ਪੰਚਾਇਤ ਨੂੰ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਜਿਹੜੇ 14 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸੀ ਉਹ ਬੰਦ ਕਰ ਦਿੱਤਾ, ਜਿਹੜਾ ਸੀ ਨੈਟਵਰਕ ਇੰਟਰਨੈਟ ਬੰਦ ਕਰਤਾ। ਤੁਸੀਂ ਕੋਈ ਮੈਸੇਜ ਨਹੀਂ ਕਰ ਸਕਦੇ, ਤੁਸੀਂ ਕਿਸੇ ਨੂੰ ਕੋਈ WhatsApp ਤੇ ਮੈਸੇਜ ਦੇ ਸਕਦੇ, ਕੁਝ ਨਹੀਂ ਤੁਸੀਂ ਕਰ ਸਕਦੇ। ਹੁਣ ਸਿਰਫ ਤੁਸੀਂ ਫੋਨ ਕਰ ਸਕਦੇ ਹੋ। ਲੇਕਿਨ ਉਹਨਾਂ ਨੇ ਕੀ ਕੀਤਾ ਕਿ ਪਿੰਡ ਦੇ ਲੋਕਾਂ ਨੇ ਕਿਹਾ ਵੀ ਕੋਈ ਲੋੜ ਨਹੀਂ ਸਾਨੂੰ ਇਹਦੀ। ਉਹਨਾਂ ਨੇ ਪਿੰਡਾਂ ਦੇ ਵਿੱਚ ਸਪੀਕਰ ਲਾਤੇ, ਸਪੀਕਰ ਲਾ ਕੇ ਲੋਕਾਂ ਨੂੰ ਕਿਹਾ ਜਾਂਦਾ, ਡਾਇਰੈਕਸ਼ਨ ਦਿੱਤੀ ਜਾਂਦੀ ਹੈ, ਲੋਕ ਜਾ ਕੇ ਲੀਡਰ ਬੋਲਦੇ ਉੱਥੇ ਆਪਾਂ ਕਰਨਾ ਕੀ ਹੈ। ਤੇ ਕੰਡੀਲਾ ਦੇ ਵਿੱਚ ਜੇ ਵੱਡੀ ਉੱਥੇ ਪੰਚਾਇਤ ਹੁੰਦੀ ਆ, ਘੱਟੋ ਘੱਟ 240 ਪੰਚਾਇਤਾਂ ਦੇ ਬੰਦੇ ਇਕੱਠੇ ਹੁੰਦੇ ਆ, ਕਿਸਾਨ ਇਕੱਠੇ ਹੁੰਦੇ, ਉਹ ਤੇ ਯੂਪੀ 'ਚ ਵੀ ਆਉਣਗੇ ਤੇ ਹਰਿਆਣੇ 'ਚ ਵੀ ਆਉਣਗੇ, ਗਿਣਤੀ ਲੱਖਾਂ 'ਚ ਹੋਏਗੀ। ਤਾਂ ਉਹ ਸਰਕਾਰ ਲਈ ਨਵੀਂ ਸਿਰਦਰਦੀ ਪੈਦਾ ਕਰੇਗੀ। ਸਰਕਾਰ ਭਾਵੇਂ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲੇ ਵੀ ਆਹ ਕਰਦੀ, ਜੇ ਅਸੀਂ ਬੰਦ ਕਰਤਾ, ਜੇ ਉਹ ਕਰਤਾ, ਲੇਕਿਨ ਅਖਬਾਰਾਂ ਬੰਦ ਨਹੀਂ ਹੋਈਆਂ, ਅਖਬਾਰਾਂ ਚੱਲ ਰਹੀਆਂ, ਅਖਬਾਰਾਂ 'ਚ ਰੋਜ਼ ਆ ਰਿਹਾ, ਛਪ ਰਿਹਾ। ਭਾਵੇਂ ਕਿ ਕਈ ਅਖਬਾਰਾਂ ਅੱਜ ਵੀ ਜਿਹੜੀਆਂ ਵਾ ਉਹ ਸਰਕਾਰ ਦੀ ਬੋਲੀ ਬੋਲ ਰਹੀਆਂ, ਫਿਰ ਵੀ ਕਿਤੇ ਨਾ ਕਿਤੇ ਛੋਟੀ ਮੋਟੀ ਖਬਰ ਛਾਪਣੀ ਪੈਂਦੀ ਉਹਨਾਂ ਨੂੰ। ਹੋਇਆ ਕੀ, ਜਦੋਂ ਸਾਡਾ ਸਿੰਘੂ ਬੈਰੀਆ ਜਿਹੜਾ ਸੀ ਇੰਟਰਨੈਸ਼ਨਲ ਤੇ ਚਲਾ ਗਿਆ, BBC ਨੇ ਇਹਦੀ ਚੰਗੀ ਕਵਰੇਜ ਕੀਤੀ, ਬਹੁਤ ਵੱਡੀ ਕਵਰੇਜ ਕੀਤੀ ਜੀ। ਇੱਥੋਂ ਤੱਕ BBC ਦਾ ਕਹਿਣਾ ਸੀਗਾ ਵੀ 15 ਕਰੋੜ ਕਿਸਾਨ ਅੱਜ ਸੜਕਾਂ ਤੇ ਆ ਜੀ, ਸਾਰੇ ਹਿੰਦੁਸਤਾਨ ਦੇ ਵਿੱਚ, ਜਿਹੜਾ ਇਸ ਮੋਰਚੇ ਨੂੰ ਸਮਰਪਿਤ ਆ। ਮੁੜ ਕੇ ਇੱਕ ਸਾਡੇ ਨੈਸ਼ਨਲ ਮੀਡੀਆ ਦੀ ਮਜਬੂਰੀ ਬਣ ਗਈ ਵੀ ਭਾਵੇਂ 20 ਮਿੰਟ ਦੇਣ ਉਹ ਸਰਕਾਰ ਦੀ ਖਬਰ, ਤੇ 20 ਸੈਕਿੰਡ ਉਹਨਾਂ ਨੂੰ ਕਿਸਾਨ ਮੋਰਚੇ ਦੀ ਦੇਣੀ ਪੈਂਦੀ ਜੀ। ਇਸ ਕਰਕੇ ਕੰਡੀਲਾ ਜਿਹੜੀ ਪੰਚਾਇਤ ਹੋ ਰਹੀ ਆ, ਇਹ ਫੈਸਲਾ ਕਰੇਗੀ ਵੀ ਆਉਣ ਵਾਲੇ ਜਿਹੜੇ ਦਿਨ ਆ ਉਹ ਇਹ ਮੋਰਚੇ ਦੀ ਕਿਸ ਤਰ੍ਹਾਂ ਦੇ ਹੋਣਗੇ। ਤੇ ਖਾਪ ਪੰਚਾਇਤਾਂ ਨੇ ਭੱਟੀ ਸਾਹਿਬ ਮਥੁਰਾ ਤੋਂ ਮੇਰਠ ਤੱਕ ਜਿਹੜਾ ਆ ਉਹ ਵੀ ਬੀਜੇਪੀ ਦਾ ਜਿਹੜਾ ਆ ਉਹ ਬਾਈਕਾਟ ਕਰਨ ਦਾ ਸੱਦਾ ਜਿਹੜਾ ਦਿੱਤਾ ਆ।
ਇਹ ਇੱਕ ਲਹਿਰ ਜਿਹੜੀ ਆ ਕਿਤੇ ਨਾ ਕਿਤੇ ਬਣਦੀ ਪਈ ਆ ਪੂਰੇ ਦੇਸ਼ ਦੇ ਵਿੱਚ। ਤੇ ਉਧਰ ਦੂਜੇ ਪਾਸੇ ਵੇਖੀਏ ਤੇ ਇੱਥੇ ਵੱਖ-ਵੱਖ ਬਾਰਡਰਾਂ ਦੇ ਉੱਤੇ ਟਿੱਕਰੀ ਦੀ ਗੱਲ ਕਰੀਏ, ਸਿੰਘੂ ਦੀ ਗੱਲ ਕਰੀਏ ਤਾਂ ਪੁਲਿਸ ਜਿਹੜੀ ਆ ਉਹ ਉੱਥੇ ਲਗਾਤਾਰ ਕੰਕਰੀਟ ਦੀਆਂ ਕੰਧਾਂ ਜਿਹੜੀਆਂ ਉਹ ਉਸਾਰ ਰਹੀ ਹੈ, ਜਾਂ ਸਰੀਏ ਜਿਹੜੇ ਤਿੱਖੇ ਕਰਕੇ ਉਹ ਲਾਏ ਆ ਕਿ ਟਰੈਕਟਰ ਨਾ ਲੰਘ ਸਕੇ, ਕੋਈ ਜਾ ਨਾ ਸਕੇ, ਕੋਈ ਆ ਨਾ ਸਕੇ। ਜਿਹੜੀ ਮੂਵਮੈਂਟ ਹੁੰਦੀ ਹੈ ਨਾ, ਕਿਸਾਨ ਇੱਕ ਅਜਿਹੀ ਜਮਾਤ ਦੇ ਬੰਦੇ ਨੇ, ਇਹਨਾਂ ਨੂੰ ਨਾ ਤੇ ਕੰਡੀਲੀ ਤਾਰ ਰੋਕ ਸਕਦੀ ਹੈ ਤੇ ਨਾ ਉਹ ਤਿੱਖੇ ਨੁਕੀਲੇ ਜਿਹੜੇ ਸੀ ਇਹ ਕਿੱਲੋ ਰੋਕ ਸਕਦੇ। ਤੁਹਾਨੂੰ ਪਤਾ ਹੋਏਗਾ ਜਦੋਂ ਹਰਿਆਣੇ ਦੇ ਵਿੱਚ ਐਂਟਰ ਕੀਤੇ ਸੀ ਤੇ ਇਹਨਾਂ ਵੱਡੇ ਵੱਡੇ ਖੱਡੇ ਪੁੱਟ ਦਿੱਤੇ ਸੀ, ਤੇ ਕਿਸਾਨਾਂ ਨੇ ਕੀ ਕੀਤਾ, ਨਾ ਕੋਈ ਰੰਬਾ ਫੜਿਆ, ਨਾ ਕੁਝ ਫੜਿਆ, ਨਾ ਕਈ ਫੜੀ ਵੀ ਕੱਲ ਨੂੰ ਕਹਿਣਗੇ ਹਥਿਆਰ ਚੁੱਕਿਆ। ਉਹਨਾਂ ਨੇ ਹੱਥਾਂ ਨਾਲ ਝੋਲੀਆਂ ਭਰ ਭਰ ਕੇ ਉਹ ਟੋਏ ਫੂਕਤੇ ਸੀ ਜੀ। ਇਸ ਕਰਕੇ ਜੇ ਉਹਨਾਂ ਜਾਣਾ ਤੇ ਸਰਕਾਰ ਜੋ ਮਰਜ਼ੀ ਕਰ ਲੈ, ਫਿਰ ਉਹਨਾਂ ਵਾਸਤੇ ਕੋਈ ਪੱਥਰ ਪੁੱਥਰ ਕੁਛ ਨਹੀਂ ਕਹਿੰਦੇ, ਉਹ ਆਪੇ ਹਟ ਜਾਣ ਬਸੇ, ਉਹ ਕਰਨ ਦੀ ਜਾਂਚ ਉਹਨਾਂ ਨੂੰ ਜੀ। ਲੇਕਿਨ ਮੈਨੂੰ ਇਹ ਪਤਾ ਵੀ ਸਰਕਾਰ ਦੀ ਇਹ ਨਾਕਾਮੀ ਹੈ, ਇਹਦਾ ਮਤਲਬ ਤੁਹਾਡੀ ਜਿਹੜੀਆਂ ਸਿਕਿਉਰਿਟੀ ਫੋਰਸਿਸ ਪੂਰੀਆਂ ਨਾਕਾਮ ਹੋ ਚੁੱਕੀਆਂ, ਸਰਕਾਰ ਬਿਲਕੁਲ ਨਾਕਾਮ ਹੋ ਚੁੱਕੀ, ਤੇ ਹੁਣ ਤੁਸੀਂ ਪੱਥਰਾਂ ਦਾ ਸਹਾਰਾ ਲੈ ਰਹੇ ਹੋ, ਤੇ ਪੱਥਰਾਂ ਦੇ ਸਹਾਰਾ ਲੈ ਕੇ ਸਰਕਾਰ ਨਹੀਂ ਚਲਾਈ ਜਾਂਦੀ। ਜੇ ਤੁਸੀਂ ਕਿੱਲ ਗੱਡ ਕੇ ਉੱਥੇ ਕਹਿੰਦੇ ਵੀ ਟਰੈਕਟਰ ਲੰਘੂਗਾ ਤਾਂ ਪੈਂਚਰ ਹੋ ਜਾਊਗਾ, ਤਾਂ ਉਹਦੇ ਸਾਰਿਆਂ ਦੇ ਹੱਲ ਹੋ ਸਕਦੇ, ਕੋਈ ਗੱਲ ਨਹੀਂ, ਜੇ ਲੰਘਾਉਣੇ ਹੋਣ ਤਾਂ ਉਹਨਾਂ ਨੇ। ਲੇਕਿਨ ਉਹਨਾਂ ਦਾ ਸ਼ਾਂਤਮਈ ਮੋਰਚਾ ਉਹਨਾਂ ਬਿਲਕੁਲ ਨਹੀਂ ਜਾਣਾ। ਜਦੋਂ ਤੁਸੀਂ ਫੋਰਸ ਅਗਲੇ ਪਾਸੇ ਲਾਤੀ ਆ, ਉਦੋਂ ਅੱਗੇ ਬਿਲਕੁਲ ਨਹੀਂ ਜਾਣਗੇ। ਜਿਹੜੀ 26 ਤਰੀਕ ਨੂੰ ਘਟਨਾ ਵਾਪਰੀ ਉਹ ਇੱਕ ਚਾਲ ਸੀ ਜੀ, ਉਸ ਚਾਲ ਦੇ ਤਹਿਤ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਹੜੇ ਬੰਦੇ ਅੱਜ ਵੀ ਭਗੌੜੇ ਨੇ, ਜਿਹੜੇ ਬੰਦੇ ਅੱਜ ਵੀ ਆਪਣੇ ਆਪ ਨੂੰ ਹੀਰੋ ਕਹਿੰਦੇ ਸੀ, ਤੇ ਉਹ ਕਿੱਥੇ ਨੇ ਅੱਜ? ਇਸ ਕਰਕੇ ਨਾ ਕੰਡਿਆਲੀਆਂ ਤਾਰਾਂ ਦਾ ਤੇ ਇਹਨਾਂ ਕੰਡਿਆਲੇ ਨੁਕੀਲੇ ਪੱਥਰਾਂ ਦਾ ਕੋਈ ਫਰਕ ਨਹੀਂ ਪੈਣਾ ਜੀ। ਜਦੋਂ ਅਗਲੇ ਹਟਾ ਦੇਣੀ ਹੈ, ਕਿਉਂਕਿ ਇਹਨਾਂ ਦਾ ਆਪਣਾ ਤਜਰਬਾ ਹੈਗਾ ਜੀ। ਜਿਹੜੀ ਬਾਬਰੀ ਮਸਜਿਦ ਦੀ ਮਜ਼ਬੂਤ ਸੀ 17 ਮਿੰਟਾਂ 'ਚ ਉਹ ਢਾਤੀ ਸੀ, ਤੇ ਬਾਕੀ ਕੀ ਰਹਿ ਗਿਆ ਸੀ? ਇਹ ਕਿੱਥੋਂ ਰੱਖ ਲੈਣਗੇ ਜੀ? ਜੀ ਬਿਲਕੁਲ। ਭੱਟੀ ਸਾਹਿਬ, ਇੱਕ ਮੱਧ ਪ੍ਰਦੇਸ਼ ਦੀ ਬੀਜੇਪੀ ਸਰਕਾਰ ਜਿਹੜੀ ਆ, ਉਹਨਾਂ ਨੇ ਬਜ਼ੁਰਗਾਂ ਦੀ ਬੜੀ ਆਂਦੇ ਦੁਰਗਤੀ ਕੀਤੀ ਆ, ਉਹ ਮਾਮਲਾ ਕੀ ਹੈ ਪੂਰਾ? ਮਾਮਲਾ ਹੈ ਜੀ, ਜਿਹੜਾ ਇੰਦੌਰ ਹੈ ਨਾ ਸ਼ਹਿਰ, ਰਾਜਧਾਨੀ ਜਿਹੜੀ ਹੈਗੀ ਮੱਧ ਪ੍ਰਦੇਸ਼ ਦੀ, ਤੁਹਾਨੂੰ ਪਤਾ ਉਹ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਮੰਨਿਆ ਗਿਆ। ਉਹਨੂੰ 4 ਵਾਰੀ ਇਹ ਅਵਾਰਡ ਮਿਲ ਚੁੱਕਾ ਵੀ ਇਹ ਸਾਫ਼ ਸੁਥਰਾ ਸ਼ਹਿਰ, ਤੇ 5ਵੀਂ ਵਾਰੀ ਫਿਰ ਲੈਣਾ ਚਾਹੁੰਦੇ ਹੋ, ਜਿਹਦੇ ਵਿੱਚ ਉਹਨਾਂ ਕਿਹਾ ਵੀ ਜਿਹੜੇ ਲਵਾਰਸ ਬਜ਼ੁਰਗ ਪਏ ਸੀ ਉਹਨਾਂ ਨੂੰ ਇੱਕ ਟਰੱਕ ਦੇ ਵਿੱਚ ਲੱਦਿਆ, ਲੱਦ ਕੇ ਤੇ ਇਹ ਉਹਨਾਂ ਨੂੰ ਬਾਹਰ ਸੁੱਟਿਆ, ਸ਼ਹਿਰ ਤੋਂ ਬਾਹਰ ਛੱਡ ਆਏ 100 ਕਿਲੋਮੀਟਰ ਬਾਅਦ। ਜਦੋਂ ਉਹ ਛੱਡ ਆਏ ਤੇ ਖਬਰਾਂ ਨੈਚੁਰਲੀ ਖਬਰਾਂ ਛਪਣੀਆਂ ਸੀ। ਜਦੋਂ ਖਬਰਾਂ ਛਪੀਆਂ ਤੇ ਉਹ ਮੁੜ ਕੇ ਰੌਲਾ ਪਿਆ, ਤੇ ਸਰਕਾਰ ਦੀ ਉੱਥੇ ਹੀਨਤ ਹੋਈ, ਤੇ ਸਰਕਾਰ ਨੇ ਫਿਰ ਇਹ ਕੁਛ ਕੀਤੀ ਵੀ ਉੱਥੋਂ ਦਾ ਡੀਐਮ ਜਿਹੜਾ ਸੀ ਉਹਨੂੰ ਅਸੀਂ ਜਿਹੜਾ ਡਿਸਟ੍ਰਿਕਟ ਮੈਜਿਸਟਰੇਟ ਉਹਨੂੰ ਸਸਪੈਂਡ ਕਰ ਦਈਏ। ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ, ਕੀਤਾ ਜਾਂ ਨਹੀਂ ਕੀਤਾ ਤੇ ਜਾਣਕਾਰੀ ਨਹੀਂ ਮਿਲੀ। ਲੇਕਿਨ ਇਹ ਆ ਵੀ ਹੁਣ ਇਹਨਾਂ ਨੇ ਇਹ ਭਾਂਡਾ ਭੰਨ ਦਿੱਤਾ ਵੀ ਇਹ ਜਿਹੜੇ ਠੇਕੇ 'ਚ ਕੰਮ ਦਿੱਤਾ ਸੀ ਉਹਦੇ ਕਰਿੰਦੇ ਸੀ, ਉਹਨਾਂ ਤੋਂ ਗਲਤੀ ਹੋਈ, ਤੋਂ ਕਰਿੰਦੇ ਅਸੀਂ ਕੱਢ ਦਿੱਤੇ ਆ। ਲੇਕਿਨ ਮੈਂ ਇਹ ਗੱਲ ਕਹਿਣਾ ਚਾਹੂੰਗਾ ਵੀ ਜਿਹੜੀ ਸਾਡੀ 2011 ਦੀ ਮਰਦਮਸ਼ੁਮਾਰੀ ਸੀ ਨਾ, ਉਹਦੇ ਮੁਤਾਬਕ ਜੇ ਲੈ ਲਈਏ ਤਾਂ ਉਦੋਂ ਉਸ ਵੇਲੇ ਬੇਘਰਿਆਂ ਦੀ ਗਿਣਤੀ ਜਿਹੜੀ ਹੈਗੀ ਸੀ ਸਾਡੀ, ਉਹ 17.77 ਲੱਖ ਸੀ ਜੀ। ਲੇਕਿਨ 2019 'ਚ ਘਟਣ ਦੀ ਬਜਾਏ ਵੱਧ ਗਈ। ਇਹਨਾਂ ਨੂੰ ਚਾਹੀਦਾ ਵੀ ਸਰਕਾਰ ਘਰ ਦੇਵੇ, ਘਰ ਤਾਂ ਦੇ ਨਹੀਂ ਰਹੀ। ਤੁਹਾਨੂੰ ਪਤਾ ਹੋਏਗਾ ਅੰਮ੍ਰਿਤਸਰ ਦੇ ਵਿੱਚ ਵੀ ਪਿੱਛੇ ਤੇ ਜਿਹੜੇ ਡੀਸੀ ਹੁੰਦੇ ਸੀ ਸਾਡੇ ਕਾਹਨ ਸਿੰਘ ਪੰਨੂ, ਉਹਨਾਂ ਰੈਣ ਬਸੇਰੇ ਬਣਾਏ ਸੀਗੇ, ਜਿਹੜੇ ਸੜਕਾਂ ਦੇ ਬੰਦੇ ਪਏ ਸੀ ਉਹ ਚੁੱਕ ਕੇ ਉੱਥੇ ਵਸਾਏ ਸੀਗੇ ਜੀ। ਲੇਕਿਨ ਉੱਥੇ ਵੀ ਪ੍ਰੋਪਰ ਪ੍ਰਬੰਧ ਨਾ ਹੋਣ ਕਰਕੇ ਮੁੜ ਕੇ ਉਹ ਫਿਰ ਵਾਪਸ ਸੜਕਾਂ ਤੇ ਚਲੇ ਗਏ ਜੀ। ਕਾਹਨ ਸਿੰਘ ਪੰਨੂ ਰਾਤ ਨੂੰ ਉੱਠਦੇ ਸੀਗੇ, ਕੰਬਲ ਲੈ ਕੇ ਜਾਂਦੇ ਸੀ, ਜਿਹੜਾ ਬੰਦਾ ਕੁੰਗੜਿਆ ਪਿਆ ਹੁੰਦਾ ਸੜਕ ਤੇ ਉੱਤੇ ਕੰਬਲ ਪਾ ਕੇ ਆਉਂਦੇ ਸੀਗੇ ਜੀ। ਭਾਈ ਜੇ ਤੂੰ ਰੈਣ ਬਸੇਰੇ ਨਹੀਂ ਜਾਣਾ ਤੇ ਘੱਟੋ ਘੱਟ ਤੈਨੂੰ ਠੰਡ ਨਾ ਲੱਗੇ, ਠੰਡ ਨਾ ਮਰ ਜਾਏ ਕਿਤੇ। ਬਿਲਕੁਲ। ਇਸ ਕਰਕੇ ਉਹ ਇੱਕ ਬੜੀ ਬਲੰਟਰ ਗਲਤੀ ਸੀ ਇਹਦੀ ਸਰਕਾਰ ਦੀ, ਭਾਵੇਂ ਸਰਕਾਰ ਦੀ ਅਣਗਹਿਲੀ ਸੀ ਭਾਵੇਂ ਨਹੀਂ ਅਣਗਹਿਲੀ ਸੀ, ਲੇਕਿਨ ਉਹਨਾਂ ਬਜ਼ੁਰਗਾਂ ਨੂੰ ਸੰਭਾਲਣ ਦੀ ਸਰਕਾਰ ਦੀ ਡਿਊਟੀ ਬਣਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ। ਤੇ ਬਜ਼ੁਰਗ ਤੇ ਤੁਹਾਡੇ ਸਭ ਕੁਝ ਹੈਗੇ ਨੇ, ਤੇ ਬਜ਼ੁਰਗਾਂ ਨੂੰ ਬਾਹਰ ਸੁੱਟਣ ਨਾਲ ਜਿਹੜੀ ਉੱਥੇ ਸ਼ਿਵਰਾਜ ਚੌਹਾਨ ਦੀ ਸਰਕਾਰ ਉਹਦੀ ਬੜੀ ਬਹੁਤ ਬੇਇੱਜ਼ਤੀ ਹੋਈ ਉਹਦੇ ਵਿੱਚ, ਤੇ ਸਰਕਾਰ ਜਵਾਬ ਦੇਣਾ ਪਊ ਇਹਦੇ ਉੱਤੇ ਵੀ ਇਹਦੇ ਕਾਰਨ ਕੀ ਹੋ ਸੀ ਜੀ। ਬਿਲਕੁਲ। ਭੱਟੀ ਸਾਹਿਬ, ਕੱਲ ਬਜਟ ਜਿਹੜਾ ਆ ਉਹ ਵੀ ਨਿਰਮਲਾ ਸੀਤਾਰਮਨ ਦੇ ਵੱਲੋਂ ਪੇਸ਼ ਕੀਤਾ ਗਿਆ ਆ। ਬਜਟ ਨੂੰ ਕਿਵੇਂ ਵੇਖਦੇ ਓਵਰਆਲ ਜੇ ਗੱਲ ਕਰੀਏ ਮੋਟੀ ਇਹਦੀ? ਜਿੱਥੋਂ ਤੱਕ ਬਜਟ ਦੀ ਗੱਲ ਕਰੀ ਜੇ ਆਪਾਂ ਕਿਸਾਨੀ ਤੇ ਲੈ ਲਈਏ ਜੀ, ਪਿਛਲੇ ਨਾਲੋਂ ਜਿਹੜਾ ਵਾ 6000 ਕਰੋੜ ਬਜਟ ਘੱਟ ਆ। ਪਿਛਲੀ ਵਾਰੀ ਜਿਹੜਾ ਬਜਟ ਸੀ ਇੱਕ ਹੈਗਾ ਸੀ ਇਹ ਲਗਭਗ 1.54 ਲੱਖ ਕਰੋੜ ਦਾ ਜੀ, ਐਤਕੀ 1.48 ਲੱਖ ਕਰੋੜ ਦਾ ਵਾ।
ਦੂਜੇ ਪਾਸੇ ਕਹਿੰਦੇ ਕਿਸਾਨ ਦੀ ਆਮਦਨ ਵਧਾਉਣ ਵਾਸਤੇ ਜਿਹੜੀ ਸੀ 6000 ਰੁਪਏ ਸਰਕਾਰ ਨੂੰ ਦਿੰਦੇ ਆ ਕਿਸਾਨਾਂ ਨੂੰ, ਅਸੀਂ ਜੀ 2-2000 ਰੁਪਏ ਦਿੰਦੇ ਤਮਾਈ ਬਾਅਦ। ਉਹਦੇ ਵਿੱਚ ਅਸੀਂ ਜਿਹੜਾ ਵਾ ਵਾਧਾ ਕਰਨਾ ਵਾ। ਵਾਧਾ ਕਿਵੇਂ ਕਰਨਾ ਵਾ? ਵਾਧਾ ਕੀਤਾ ਇਹਨਾਂ ਨੇ ਕਿਹਾ ਵੀ 4 ਰੁਪਏ ਅਸੀਂ ਡੀਜ਼ਲ ਦੇ ਉੱਤੇ ਤੇ 2.5 ਰੁਪਏ ਅਸੀਂ ਲਾਉਣਾ ਵਾ ਪੈਟਰੋਲ ਦੇ ਉੱਤੇ, ਹੋਰ ਟੈਕਸ ਸੈਸ ਲਾਉਣਾ ਵਾ ਜੀ। ਉਹਦੇ ਵਿੱਚ ਸਰਕਾਰ ਨੇ ਉਸ ਕਿਸਾਨਾਂ ਦੀ ਆੜ ਹੇਠ ਆਪਣਾ ਜਿਹੜਾ ਵਾ ਭੰਡਾਰਾ ਭਰਨਾ ਵਾ। ਲੇਕਿਨ ਭੰਡਾਰਾ ਇੰਨਾ ਕੁ ਖਾਲੀ ਹੋ ਚੁੱਕਾ ਵਾ, ਇੰਨਾ ਕਿੰਨਾ ਆਪ ਖਾਲੀ ਕਰਦਾ ਵਾ। ਨੀਰਵ ਮੋਦੀ ਵਰਗੇ ਤੇ ਜਿਹੜੇ ਤੁਹਾਡੇ ਮਿਜੇ ਮਲਵੇ ਇਹਨਾਂ ਕੋ ਲੁੱਟ ਕੇ ਲਿਜਾ ਚੁੱਕੇ, ਉਹਨਾਂ ਕੋ ਲੁੱਟਣ ਦਾ ਖੁੱਲਾ ਇਹਨਾਂ ਨੇ ਲਾਇਸੈਂਸ ਦਿੱਤਾ ਉਹਨਾਂ ਨੂੰ ਵੀ ਅੱਜ ਸਰਕਾਰ ਦੇ ਪੱਲੇ ਕੁਝ ਨਹੀਂ ਰਹਿ ਗਿਆ ਜੀ, ਜਿਹਦੇ ਕਰਕੇ ਉਹ ਕਾਨੂੰਨ ਵਾਪਸ, ਖੇਤੀਬਾੜੀ ਕਾਨੂੰਨ ਵਾਪਸ ਲੈਣ ਤੋਂ ਗੁਰੇਜ਼ ਕਰ ਰਹੀ ਹੈ ਜੀ, ਕਿਉਂਕਿ ਜੋ ਸਰਕਾਰ ਕੋਲ ਪੈਸੇ ਨਹੀਂ, ਤਾਂ ਕਰਨਾ ਕੀ ਆ ਜੀ। ਲੇਕਿਨ ਉਹ ਸਰਕਾਰ ਦੀਆਂ ਪਹਿਲੀਆਂ ਕੀਤੀਆਂ ਗਲਤੀਆਂ ਦਾ ਖਿਮਿਆਜਾ ਕਿਸਾਨ ਕਿਉਂ ਭੁਗਤੇ? ਹੁਣ ਜੇ ਆਪਾਂ ਐਫਸੀ ਦੀ ਗੱਲ ਕਰਦੇ ਹਾਂ ਜੀ, ਐਫਸੀ ਦਾ ਜਿਹੜਾ ਪਿਛਲਾ ਬਜਟ ਸੀ 1 ਕਰੋੜ 36,600 ਕਰੋੜ ਹੈ ਸੀ। ਇਹ ਐਤਕੀ ਉਹ 'ਚ ਬੱਚਿਆ ਸੀ ਨਾ 85,000 ਕਰੋੜ ਵਰਤੇ ਸੀ, ਸਿਰਫ ਜੀ ਲੱਖ ਨਹੀਂ ਸੀ ਵਰਤੇ। ਹੁਣ ਐਤਕੀ ਉਹਦੇ 'ਚ ਖਾਣਾ ਹੀ ਨਹੀਂ ਗਾ ਐਫਸੀ ਦੇ ਵਿੱਚ। ਜੇ ਐਫਸੀ ਵਾਸਤੇ ਤੁਸੀਂ ਪੈਸੇ ਦੇ ਰਹੇ ਤਾਂ ਇਹਦਾ ਮਤਲਬ ਤੁਸੀਂ ਪੱਕੇ ਇਰਾਦਾ ਕਰ ਲਿਆ ਵੀ ਅਸੀਂ ਕਿਸਾਨਾਂ ਨੂੰ ਜਾੜਨਾ ਵਾ। ਐਤਕੀ ਅਸੀਂ ਪ੍ਰਾਈਵੇਟ ਮੰਡੀਆਂ ਬਣਾਉਣੀਆਂ ਵਾ। ਇਹ ਜਿਹੜਾ ਬਜਟ ਇਹ ਸ਼ੋਅ ਕਰਦਾ ਵਾ ਕਿਸਾਨੀ ਦੇ ਖੇਤਰ ਦੇ ਵਿੱਚ। ਜੀ, ਹੋਰ ਵੀ ਦਿੱਤਾ ਕੁਛ ਨਹੀਂ, ਕੰਨ ਸਿੱਧਾ ਨਹੀਂ ਤੇ ਪੁੱਠਾ ਫੜ ਲਿਆ, ਜੀ ਕੁਛ ਵੀ ਨਹੀਂ ਦਿੱਤਾ। ਸਗੋਂ ਜਿਹੜਾ ਬਜਟ ਉਹ ਘਾਟੇ ਵਾਲਾ ਉਹ ਚੰਗੇ ਵਾਲਾ ਨਹੀਂ ਹੈਗਾ। ਜੀ, ਤੇ ਕਿਸਾਨੀ ਇਸ ਵੇਲੇ ਬਚੀ ਸੀ ਇੱਕ। ਜੀ, ਬਾਕੀ ਇਹਦਾ ਨੋਟਬੰਦੀ ਕੀਤੀ ਉਦੋਂ ਮੰਦੀ ਹਾਲਤ ਹੋਈ, ਫਿਰ GST ਲਾਇਆ ਤਾਂ ਵੀ ਕੁਛ ਨਹੀਂ ਬਚਿਆ ਕਿਉਂਕਿ ਸੈਂਟਰ ਕੋਲ ਪੈਸੇ ਹੈ ਨਹੀਂ। GST ਲੈ ਕੇ ਉਹ ਸਟੇਟ ਨੂੰ ਦਿੰਦੀ ਨਹੀਂ, ਸਟੇਟਾਂ ਲੰਘ ਹੋਈਆਂ ਪਈਆਂ ਨੇ, ਸੰਘਾਤਮਕ ਘਾਟੇ 'ਚ ਬੜਾ ਅਟੈਕ ਕਰ ਰਹੇ ਨੇ। ਜੀ, ਫਿਰ ਉਹ ਜਿਹੜੀ ਨੋਟਬੰਦੀ ਉਹਨੇ ਕਿੰਨਾ ਨੁਕਸਾਨ ਕੀਤਾ। ਜੀ, ਹੁਣ ਇਸ ਕਰਕੇ ਜਿਹੜੀ ਨਾਗਰਿਕਤਾ ਸੋਧ ਜਿਹੜੇ ਕਾਨੂੰਨ ਬਣਾਏ ਉਹਨੇ ਕਿੰਨਾ ਨੁਕਸਾਨ ਕੀਤਾ। ਜੀ, ਅਰਬਾਂ ਰੁਪਏ ਉੱਤੇ ਖਰਚ ਹੋਏ ਸਿਕਿਉਰਿਟੀ ਵਾਸਤੇ। ਹੁਣ ਇਹ ਸਰਕਾਰ ਦੇ ਪੱਲੇ ਕੁਛ ਨਹੀਂ। ਸਰਕਾਰ ਇਹ ਚਾਹੁੰਦੀ ਆ ਵੀ ਵੇਖੋ ਜੀ ਕਿਸੇ ਤਰੀਕੇ ਨਾਲ ਇਹ ਕਾਨੂੰਨ ਲਾਗੂ ਹੋ ਜਾਣ, ਅਸੀਂ ਮੰਨ ਲੈਣ ਕਿਸਾਨ ਕਿਤੇ, ਕਿਸਾਨ ਮੰਨਣ ਲਈ ਤਿਆਰ ਨਹੀਂ ਤੇ ਸਰਕਾਰ ਦਾ ਖਜ਼ਾਨਾ ਖਾਲੀ, ਜਿਹਦੇ ਕਰਕੇ ਉਹ ਹਿਚਕਾ ਰਹੇ ਨੇ। ਜੀ ਭੱਟੀ ਸਾਹਿਬ, ਜਿਹੜੇ ਇੱਕ ਮੈਂ ਗੱਲ ਹੋਰ ਕਰਨੀ ਚਾਹਣਾ, ਮੇਰੇ ਹੁਣੇ ਦਿਮਾਗ ਦੇ ਵਿੱਚ ਉਹ ਗੱਲ ਆਈ ਆ ਕਿ ਜਿੱਦਣ 26 ਜਨਵਰੀ ਨੂੰ ਉੱਥੇ ਦਿੱਲੀ ਦੇ ਵਿੱਚ ਜੋ ਕੁਛ ਹੋਇਆ, ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹਨਾਂ ਦਾ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਰਿਹਾ। ਇੱਕ ਵਕੀਲਾਂ ਦੀ ਟੀਮ ਵੀ ਬਣਾਈ ਗਈ, ਸਰਬਜੀਤ ਸਿੰਘ ਵੇਰਕਾ ਤੇ ਬੀਬੀ ਖਾਲੜਾ ਹੋਰਾਂ ਦੇ ਵੱਲੋਂ ਇੱਕ ਦਿਨ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੇ ਉਹ ਬੱਚਿਆਂ ਨੂੰ ਲੱਭਣ ਵਾਸਤੇ ਜਾਂ ਉਹਨਾਂ ਦਾ ਪਤਾ ਕਰਨ ਵਾਸਤੇ ਜਿਹੜਾ ਇੱਕ ਪੂਰਾ ਪ੍ਰੋਸੈਸ ਜਿਹੜਾ ਆ ਉਹ ਚੱਲ ਰਿਹਾ ਆ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਸਰਕਾਰ ਨੂੰ ਵੀ ਚਾਹੀਦਾ ਕਿ ਜੇ ਕਿਸੇ ਨੂੰ ਫੜਿਆ ਤਾਂ ਘੱਟੋ ਘੱਟ ਉਹਦੀ ਇਤਲਾਹ ਉਹਦੇ ਘਰ ਤੱਕ ਤਾਂ ਪਹੁੰਚਣੀ ਚਾਹੀਦੀ ਹੈ ਨਾ। ਇਹ ਇੰਟਰਨੈਸ਼ਨਲ ਲਾਅ ਵਾ ਜੀ। ਜੀ, ਇੰਟਰਨੈਸ਼ਨਲ ਲਾਅ ਵਾ ਵੀ ਜੇ ਕੋਈ ਬੰਦਾ ਤੁਸੀਂ ਫੜਿਆ ਤਾਂ ਉਹਦੇ ਘਰ ਇਨਫੋਰਮੇਸ਼ਨ ਦਿਓ ਵੀ ਬੰਦਾ ਸਾਡੀ ਹਿਰਾਸਤ ਦੇ ਵਿੱਚ। ਜੀ, ਉਹਨੂੰ ਤੁਸੀਂ ਘਰ ਵਰਗੀਆਂ ਸਹੂਲਤਾਂ ਦੇਣ ਦੇ ਵੀ ਪਾਬੰਦ ਹੈਗੇ ਜੀ। ਲੇਕਿਨ ਇੱਥੇ ਕੋਈ ਪੁੱਛਣ ਵਾਲਾ ਨਹੀਂ। ਇਹ ਵੀ ਦਿੱਲੀ ਪੁਲਿਸ ਦੀ ਬੜੀ ਵੱਡੀ ਨਲਾਇਕੀ ਹੈਗੀ ਹੈ ਜੀ। ਹੁਣ ਉਹਨਾਂ ਨੇ ਬੰਦੇ ਫੜੇ। ਪਹਿਲਾਂ ਕਿਸਾਨ ਜਿਹੜੇ ਸੰਯੁਕਤ ਮੋਰਚੇ ਵਾਲੇ ਸੀ, ਪਰਸੋਂ ਉਹਨੂੰ ਕਹਿਤਾ ਵੀ ਸਾਡੀ ਇਨਫੋਰਮੇਸ਼ਨ ਮੁਤਾਬਕ 163 ਨੌਜਵਾਨ ਨੇ। ਲੇਕਿਨ ਕੱਲ ਜਦੋਂ ਸੁਖਵਿੰਦਰ ਸਿੰਘ ਰੰਧਾਵਾ ਤੇ ਹੋਰ ਮੰਤਰੀ ਸਰਕਾਰੀਆ ਵਗੈਰਾ ਜਾ ਕੇ ਮਿਲੇ ਨੇ ਗ੍ਰਹਿ ਮੰਤਰੀ ਨੂੰ, ਉਦੋਂ ਉਹਨਾਂ ਕਹਿਤਾ ਜੀ ਇਹਨਾਂ ਨੇ ਵੈਬਸਾਈਟ ਦੇ ਉੱਤੇ ਦਿੱਲੀ ਪੁਲਿਸ ਤੇ ਬਣਾ ਪਾਤਾ ਬੰਦੇ ਸਾਡੇ ਕੋਲ ਕਿੰਨੇ ਹਰਾਸ ਦੇ ਵਿੱਚ ਨੇ। ਉਹਦੇ ਮੁਤਾਬਕ 122 ਬਣਦੇ ਆ, ਜਿਨ੍ਹਾਂ ਦੇ ਵਿੱਚੋਂ 43 ਇਸ ਵੇਲੇ ਜਿਹੜੀ ਤਿਹਾੜ ਜੇਲ੍ਹ 'ਚ ਨੇ ਤੇ ਬਾਕੀ ਪੁਲਿਸ ਹਰਾਸ ਦੇ ਵਿੱਚ। ਤੁਸੀਂ ਪੁਲਿਸ 'ਚ ਕਿਵੇਂ ਰੱਖੇ ਜੀ ਪਹਿਲਾਂ? ਉਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਆਪਣੇ ਵਕੀਲਾਂ ਦਾ ਜਿਹੜਾ ਸੀ ਇੱਕ ਟੀਮ ਬਣਾਤੀ ਆ। ਪਹਿਲਾਂ ਤਾਂ ਮੈਂ ਕੱਲ ਸੁਣਿਆ ਸੀ 22 ਵਕੀਲਾਂ ਦੀ ਕਿ 20 ਵਕੀਲਾਂ ਦੀ, ਹੁਣ ਕਹਿੰਦੇ 70 ਵਕੀਲਾਂ ਦੀ ਬਣਾਈ। 70 ਵਕੀਲਾਂ ਦੀ ਟੀਮ ਕਰਨੀ ਉੱਥੇ ਕੀ ਆ? ਵਕੀਲ ਤੇ ਇੱਕ ਨਹੀਂ ਮਾਣ ਹੁੰਦਾ ਜੀ। ਬਾਕੀ ਦਿੱਲੀ ਕਮੇਟੀ ਨੇ ਆਪਣੀ ਵਕੀਲਾਂ ਦੀ ਟੀਮ ਬਣਾਈ ਆ। ਫਿਰ ਸਰਬਜੀਤ ਸਿੰਘ ਵੇਰਕਾ ਸਭ ਤੋਂ ਪਹਿਲਾਂ ਬੋਲੇ ਇਹਦੇ ਤੇ ਵੀ ਹਿਊਮਨ ਰਾਈਟਸ ਦੀ ਉਲੰਘਣਾ ਹੈਗੀ ਆ। ਉਹਨਾਂ 400 ਬੰਦੇ ਦੀ ਗੱਲ ਕੀਤੀ ਆ। ਇੱਕ ਦੇ ਤਿੰਨ ਸਭ ਸਾਹਮਣੇ ਆ ਜਾਏਗਾ ਵੀ ਇਹ ਬੰਦੇ ਕਿੰਨੇ ਉਹਦੇ ਰਾਸਤੇ 'ਚ ਹੈਗੇ ਆ, ਕਿੰਨੇ ਦੀ ਹੈਗੇ। ਲੇਕਿਨ ਸਭ ਤੋਂ ਵੱਡੀ ਗੱਲ ਜਿਹੜੇ ਬੰਦਿਆਂ ਨੇ ਕੋਈ ਦੁਕਾਨ ਨਹੀਂ ਲੁੱਟੀ, ਕਿਸੇ ਨੂੰ ਚਪੇੜ ਨਹੀਂ ਮਾਰੀ, ਕਿਸੇ ਨੂੰ ਕੁਝ ਗਾਲ ਨਹੀਂ ਕੱਢੀ, ਉਹਨਾਂ ਤੇ ਪਰਚਾ ਤੁਸੀਂ 307 ਦਾ ਪਾ ਰਹੇ ਹੋ ਜੀ। ਇਹ ਵੀ ਤੁਹਾਡੀ ਨਾਕਾਮੀ ਹੈ, ਵੀ ਤੁਹਾਡੀ ਨਲਾਇਕੀ ਆ ਜੀ। ਤੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਜੀ ਤਿਰੰਗੇ ਕੀ ਤੁਹੀਨ ਹੋਈ ਆ, ਦਿਲ ਕੋ ਬਹੁਤ ਦੁੱਖ ਹੁਆ ਹੈ। ਭਾਈ ਤਿਰੰਗੇ ਦੀ ਤੁਹੀਨ ਇੱਥੇ ਹੋਈ ਹੈ, ਵਿਖਾਓ ਪਹਿਲਾਂ ਸਾਨੂੰ। ਤੁਹਾਨੂੰ ਉਹ ਧਿਉ ਨਹੀਂ ਦੱਸੇ ਜਿਹੜੇ ਪੁਲਿਸ ਨੇ ਕੁੱਟ-ਕੁੱਟ ਕੇ ਲੱਤਾਂ ਤੋੜਤੀਆਂ ਨੌਜਵਾਨਾਂ ਦੀਆਂ। ਜੀ। ਤੁਹਾਨੂੰ ਉਹ ਤੁਹੀਨ ਨਹੀਂ ਦੱਸੇ ਜਿੱਥੇ 100 200 ਦੇ ਕਰੀਬ ਜਿਹੜਾ ਕਿਸਾਨ ਜਿਹੜਾ ਹੁਣ ਤੱਕ ਮਰ ਚੁੱਕਾ ਵਾ, ਉਹ ਧੀ ਨਹੀਂ ਦੱਸੀ ਤੁਹਾਨੂੰ। ਤੁਹਾਨੂੰ ਇੰਡੋਨੇਸ਼ੀਆ ਦੀ ਜਹਾਜ਼ ਡਿੱਗਦਾ ਤੇ ਤੁਹਾਨੂੰ ਉਹਦਾ ਚੇਤਾ ਆ ਜਾਂਦਾ, ਅਸੀਂ ਅਫਸੋਸ ਪ੍ਰਗਟ ਕਰ ਲਈਏ। ਜੀ। ਅਮਰੀਕਾ ਦੀ ਕੈਪੀਟਲ ਹਿੱਲ ਦੇ ਉੱਤੇ ਜੇ ਕਬਜ਼ਾ ਲੜਾਈ ਹੁੰਦੀ ਹੈ ਤਾਂ ਤੁਸੀਂ ਉੱਥੇ ਜਾ ਕੇ ਅਫਸੋਸ ਕਰਦੇ 4 ਬੰਦੇ ਮਰੇ ਨੇ। ਜੀ। ਕੀ ਗੱਲ ਆਪਣੇ ਦੇਸ਼ ਦੇ ਕਿਸਾਨ ਨਹੀਂ ਦੱਸੇ?
ਤੁਹਾਡੀਆਂ ਬਰੂਹਾਂ ਦੇ ਉੱਤੇ ਬੈਠੇ ਨੇ ਕਿਸਾਨ ਜਾ ਕੇ। ਇਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜਾ ਇੰਨੀ ਜਿਹੜੀ ਗੈਰ ਜ਼ਿੰਮੇਵਾਰ ਨਾਲ ਬਿਆਨ ਨਹੀਂ ਦੇਣਾ ਚਾਹੀਦਾ। ਜੀ ਬਿਲਕੁਲ। ਤਿਰੰਗੇ ਦੀ ਬਿਲਕੁਲ ਤੋਹੀਨ ਨਹੀਂ ਹੋਈ। ਇੱਕ ਖਾਲੀ ਖੰਭਾ ਪਿਆ ਸੀ ਜਿਹਦੇ ਉੱਤੇ ਉਹਨਾਂ ਨੇ ਇੱਕ ਝੰਡਾ ਚੜਾਤਾ ਕਿਸਾਨੀ, ਤੇ ਇੱਕ ਜਿਹੜਾ ਸੀ ਸਾਡਾ ਧਾਰਮਿਕ ਜਿਹੜਾ ਝੰਡਾ ਸੀ ਚਲਾਇਆ ਉਹਨਾਂ ਨੇ, ਜੀ ਜਿਹਨੂੰ ਨਿਸ਼ਾਨ ਸਾਹਿਬ ਕਹਿੰਦੇ ਸੀ। ਜੀ ਕੋਈ ਤੋਹੀਨ ਨਹੀਂ ਕੀਤੀ। ਇਹਨੂੰ ਇਸ਼ੂ ਨਹੀਂ ਬਣਾਇਆ ਜਾਣਾ ਚਾਹੀਦਾ। ਇਸ਼ੂ ਬਣਾਉਣ ਤੋਂ ਬਜਾਏ ਸਗੋਂ ਇਮੀਡੀਏਟਲੀ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ, ਉਹਦੀ ਮੰਗ ਪੂਰੀ ਕਰਨੀ ਚਾਹੀਦੀ ਹੈ। ਦੁਨੀਆ ਦਾ ਇਤਿਹਾਸ ਆ, ਜਿਹੜੀ ਵੀ ਸਰਕਾਰ ਨੇ ਕਿਸਾਨਾਂ ਨਾਲ ਪੰਗਾ ਲਿਆ ਉਹਦਾ ਤਖਤਾ ਪਲਟਿਆ ਹੀ ਪਲਟਿਆ ਵਾ। ਇਹ ਹੁਣ ਇਹ ਪ੍ਰਧਾਨ ਮੰਤਰੀ ਨੇ ਸੋਚਣਾ ਵੀ ਤਖਤਾ ਰੱਖਣਾ ਕਿ ਪਲਟਾਉਣਾ ਉਹਨਾਂ ਦਾ। ਜੀ ਸੋ ਬਿਲਕੁਲ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ ਨੇ ਜਿਹੜੀਆਂ ਗੱਲਾਂ ਬਾਤਾਂ ਦਰਸ਼ਕਾਂ ਦੇ ਨਾਲ ਕੀਤੀਆਂ, ਸੋ ਬਹੁਤ ਹੀ ਅਹਿਮ ਇਹ ਗੱਲਬਾਤ ਸੀਗੀ। ਸੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਫਿਰ ਹਾਜ਼ਰ ਹੋਵਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇੰਨਾ ਹੀ ਪੱਟੀ ਸਾਹਿਬ ਦਾ ਕਰਦੇ ਹਾਂ ਧੰਨਵਾਦ। ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।